ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BC 'ਚ ਵਿਆਜ ਦਰਾਂ ਵਧਣ ਦੇ ਨਾਲ ਰੀਅਲ ਏਸਟੇਟ ਮਾਰਕੀਟ ਹੋਈ ਹੌਲੀ। BC ਦੇ ਵਿੱਚ ਇੱਕ ਘਰ ਦੀ ਔਸਤ ਕੀਮਤ ਮਈ 2021 ਦੇ ਮੁਕਾਬਲੇ ਲਗਭਗ 10% ਵੱਧ ਸੀ। ਲੈਜੈਂਡਰੀ ਸਿੱਖ ਰਾਈਡਰਸ ਕੱਢਣਗੇ ਮੂਲ ਵਾਸੀਆਂ ਦੇ ਹੱਕ ਲਈ ਰੈਲੀ। ਸਰੀ ਤੋਂ ਕੈਮਲੂਪਸ 18 ਜੂਨ ਨੂੰ ਕਾਫਲਾ ਹੋਵੇਗਾ ਰਵਾਨਾ। ਸਾਊਥ BC ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ। ਨਦੀਆਂ ਦੇ ਕੋਲ ਕਈ ਇਲਾਕੇ ਖਾਲੀ ਕਰਵਾਉਣ ਦੀ ਸੰਭਾਵਨਾ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਰੀਅਲ ਏਸਟੇਟ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ, ਜਿਹਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਹਾਹਾਕਾਰ ਮੱਚੀ ਹੋਈ ਹੈ। ਫਿਲਹਾਲ ਜਿਸ ਤਰੀਕੇ ਨਾਲ ਵਿਆਜ ਦਰਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਉਵੇਂ ਰੀਅਲ ਏਸਟੇਟ ਮਾਰਕੀਟ ਮੋਰਗੇਜ ਦੇ ਪ੍ਰਾਈਜ਼ਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਮੋਰਗੇਜ ਕਰਕੇ ਕਈ ਮਕਾਨ ਮਾਲਕ ਜਿਹੜੇ ਨੇ ਉਹ ਪਰੇਸ਼ਾਨ ਨੇ ਤੇ ਉਹ ਆਪਣੇ ਮਕਾਨਾਂ ਨੂੰ ਸੇਲ ਕਰਨ ਤੋਂ ਇਲਾਵਾ ਉਹਨਾਂ ਕੋਲ ਕੋਈ ਹੱਲ ਨਹੀਂ ਬਚ ਰਿਹਾ। ਕਈ ਲੋਕ ਇਸ ਤੋਂ ਪਰੇਸ਼ਾਨ ਹੋ ਰਹੇ ਨੇ। ਕਈ ਸਰਵੇ ਅਜਿਹੇ ਕੀਤੇ ਜਾ ਰਹੇ ਨੇ ਮਾਰਕੀਟ ਦੇ ਵਿੱਚ, ਜਿਸ ਕਰਕੇ ਲੋਕ ਜਿਹੜੇ ਨੇ ਉਹ ਹਜੇ ਵੀ ਦੁਹਾਈ ਪਾ ਰਹੇ ਨੇ, ਕਿਉਂਕਿ ਇੱਕ ਤਾਂ ਮਹਿੰਗਾਈ ਦਾ ਅਸਰ, ਵਿੱਤੀ ਬੋਝ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪਿਆ ਹੈ। ਉੱਤੋਂ ਜਿਸ ਤਰੀਕੇ ਨਾਲ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਅ ਆ ਰਹੇ ਨੇ, ਉਹ ਲੋਕਾਂ ਨੂੰ ਕਾਫੀ ਜ਼ਿਆਦਾ ਮਜਬੂਰ ਕਰ ਰਹੇ ਨੇ। ਖਾਸ ਕਰਕੇ ਮਕਾਨ ਮਾਲਕ ਇਸ ਵੇਲੇ ਮਾਰਕੀਟ ਦੇ ਹਾਲਾਤਾਂ ਦੇ ਉੱਤੇ ਲਗਾਤਾਰ ਨਜ਼ਰ ਬਣਾਏ ਹੋਏ ਨੇ। BC ਰੀਅਲ ਏਸਟੇਟ ਐਸੋਸੀਏਸ਼ਨ ਦੇ ਨਵੇਂ ਨੰਬਰ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਵੱਧ ਰਹੀ ਮੌਰਗੇਜ ਦਰਾਂ ਨੇ ਹਾਊਸਿੰਗ ਮਾਰਕੀਟ ਨੂੰ ਕਾਫੀ ਹੌਲੀ ਕਰ ਦਿੱਤਾ ਹੈ। ਸੂਬੇ ਦੇ ਵਿੱਚ ਰਿਹਾਇਸ਼ੀ ਵਿਕਰੀ ਮਈ ਦੇ ਵਿੱਚ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 35.1% ਘੱਟ ਸੀ। BC REA ਦੇ ਮੁੱਖ ਅਰਥਸ਼ਾਸਤਰੀ ਬ੍ਰੈਂਡਨ ਡੰਕਸਨ ਦੇ ਮੁਤਾਬਕ ਔਸਤ 5 ਸਾਲ ਦੀ ਸਥਿਰ ਮੌਰਗੇਜ ਦਰ ਹੁਣ 4.49% ਹੈ। ਇਹ 2009 ਤੋਂ ਬਾਅਦ ਸਭ ਤੋਂ ਵੱਧ ਹੈ। BC ਦੇ ਆਲੇ ਦੁਆਲੇ ਹੋਰ ਸਟਾਕ ਵੀ ਨੇ। ਪ੍ਰੋਵਿੰਸ ਵਿੱਚ ਸਰਗਰਮ ਸੂਚੀਆਂ ਨੂੰ ਦਰਸਾਉਂਦੇ ਤਾਜ਼ਾ ਅੰਕੜਿਆਂ ਦੇ ਨਾਲ ਪਿਛਲੇ ਸਾਲ ਦੇ ਉਸ ਸਮੇਂ ਨਾਲੋਂ 4.4% ਵੱਧ ਸਨ। 2019 ਤੋਂ ਬਾਅਦ ਸਰਗਰਮ ਸੂਚੀਆਂ ਦੇ ਵਿੱਚ ਪਹਿਲੇ ਸਾਲ ਦਰ ਵਾਧੇ ਨੂੰ ਦਰਸਾਉਂਦੇ ਨੇ। ਇਸ ਦੇ ਬਾਵਜੂਦ ਸਪਲਾਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਦੇ ਵਿੱਚ BC REA ਦਾ ਕਹਿਣਾ ਹੈ ਕਿ ਬੈਲੈਂਸਡ ਬਾਜ਼ਾਰ ਦੇ ਲਈ ਖਾਸ ਪੱਧਰਾਂ ਤੋਂ ਹੇਠਾਂ ਰਹਿਣਾ ਜਾਰੀ ਹੈ। ਇਸ ਦੌਰਾਨ ਹਾਲਾਂਕਿ ਵਿਕਰੀ ਪਿਛਲੇ ਮਹੀਨੇ ਸਾਲ ਦਰ ਸਾਲ ਘਟ ਰਹੀ ਸੀ। ਕੀਮਤਾਂ ਸੂਬਾਈ ਤੌਰ ਤੇ ਉੱਚੀਆਂ ਰਹੀਆਂ। ਮਈ 2022 ਦੇ ਵਿੱਚ ਇੱਕ ਘਰ ਦੀ ਔਸਤ ਕੀਮਤ 2021 ਦੇ ਮੁਕਾਬਲੇ ਲਗਭਗ 10% ਵੱਧ ਕੇ $1 ਮਿਲੀਅਨ ਹੋ ਗਈ ਸੀ। ਪਿਛਲੇ ਸਾਲ BC ਵਿੱਚ ਔਸਤ MLSR ਰਿਹਾਇਸ਼ੀ ਕੀਮਤ $9,15,392 ਸੀ। ਵਧਦੀਆਂ ਵਿਆਜ ਦਰਾਂ ਤੇ ਵਧਦੀ ਮਹਿੰਗਾਈ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਬਹੁਤ ਸਾਰੇ ਮਕਾਨ ਮਾਲਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਖਰੀਦਿਆ ਸੀ। ਖਾਸ ਤੌਰ ਤੇ ਘਰੇਲੂ ਬਜਟ ਤੇ ਨਿਚੋੜ ਬਾਰੇ ਚਿੰਤਤ ਸਨ। ਸਾਲਾਨਾ ਮਹਿੰਗਾਈ ਦਰ ਅਪ੍ਰੈਲ ਦੇ ਵਿੱਚ 6.8% ਤੇ ਪਹੁੰਚ ਗਈ, ਜੋ 30 ਸਾਲਾਂ ਦਾ ਰਿਕਾਰਡ ਉੱਚ ਪੱਧਰ ਹੈ। ਇਸ ਦੌਰਾਨ ਰਾਸ਼ਟਰੀ ਪੱਧਰ ਤੇ ਘਰਾਂ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਪ੍ਰੈਲ 'ਚ 24% ਤੇ ਅਪ੍ਰੈਲ 2022 ਦੇ ਮੁਕਾਬਲੇ 53% ਵੱਧ ਸਨ। ਬੈਂਕ ਆਫ ਕੈਨੇਡਾ ਨੇ ਹਾਲ ਹੀ ਦੇ ਵਿੱਚ ਆਪਣੀ ਰਾਤੋਂ ਰਾਤ ਵਿਆਜ ਦਰ ਨੂੰ ਵਧਾ ਕੇ 1.5% ਕਰ ਦਿੱਤਾ ਹੈ, ਜਦੋਂ ਕਿ ਇਹ ਪਿਛਲੇ ਕੁਝ ਸਾਲਾਂ ਤੋਂ 0.25% ਤੇ ਸੀ। ਆਪਣੇ ਸਾਲਾਨਾ ਫਾਈਨੈਂਸ਼ੀਅਲ ਸਿਸਟਮ ਰਿਵਿਊ ਦੇ ਵਿੱਚ ਬੈਂਕ ਨੇ ਆਖਿਆ ਕਿ ਅਪ੍ਰੈਲ 2020 ਤੇ ਅਪ੍ਰੈਲ 2022 ਦਰਮਿਆਨ ਕੌਮੀ ਪੱਧਰ ਉੱਤੇ ਘਰਾਂ ਦੀਆਂ ਕੀਮਤਾਂ ਵਿੱਚ 53% ਵਾਧੇ ਦੇ ਬਾਵਜੂਦ ਬੈਂਕ ਨੂੰ ਇਹ ਤੌਖਲਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਿੱਛੇ ਜਿਹੇ ਘਰ ਖਰੀਦੇ ਨੇ, ਉਹ ਜਦੋਂ ਉੱਚੀਆਂ ਦਰਾਂ ਉੱਤੇ ਮੌਰਗੇਜ ਰੀਨਿਊ ਕਰਵਾਉਣਗੇ ਤਾਂ ਉਹਨਾਂ ਨੂੰ ਵਧੇਰੇ ਵਿੱਤੀ ਝਟਕਾ ਬਰਦਾਸ਼ਤ ਕਰਨਾ ਹੋਵੇਗਾ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਆਖਿਆ ਕਿ ਘਰਾਂ ਦੀਆਂ ਕੀਮਤਾਂ ਵਿੱਚ ਸੁਧਾਰ ਜਲਦ ਹੀ ਆ ਸਕਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਸਿਹਤਮੰਦ ਰਹੇਗੀ। ਉਹਨਾਂ ਆਖਿਆ ਕਿ ਜਿਨ੍ਹਾਂ ਨੇ ਪਿੱਛੇ ਜਿਹੇ ਘਰ ਖਰੀਦੇ ਨੇ, ਉਹਨਾਂ ਨੇ ਆਪਣੇ ਵਿੱਤ ਤੋਂ ਬਾਹਰ ਜਾ ਕੇ ਅਜਿਹਾ ਕੀਤਾ ਹੈ। ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਬਾਵਜੂਦ ਲੋਕਾਂ ਵੱਲੋਂ ਇਸ ਡਰ ਦੇ ਨਾਲ ਘਰ ਖਰੀਦੇ ਗਏ ਨੇ ਕਿ ਕਿਤੇ ਉਹ ਘਰ ਤੋਂ ਬਿਨਾਂ ਹੀ ਨਾ ਰਹਿ ਜਾਣ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਹੋਰ ਵਾਧੇ ਦਾ ਸੰਕੇਤ ਵੀ ਦਿੱਤਾ ਸੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਘਰਾਂ ਦੀ ਮਾਰਕੀਟ ਦਾ ਜਿਹੜਾ ਅਸਰ ਹੈ ਉਹ ਸਿੱਧੇ ਰੂਪ ਦੇ ਵਿੱਚ ਕਿਵੇਂ ਪ੍ਰਭਾਵ ਪਾ ਰਿਹਾ ਹੈ, ਆਓ ਦੇਖਦੇ ਹਾਂ ਗੱਲ ਅੱਜ ਦੀ। ਵਾਧੀਆਂ ਵਿਆਜ ਦਰਾਂ ਉੱਤੇ ਰੋਜ਼ ਹੀ ਗੱਲਬਾਤ ਹੁੰਦੀ ਹੈ। ਵਾਧੀਆਂ ਵਿਆਜ ਦਰਾਂ ਦਾ ਅਸਰ ਹਰ ਚੀਜ਼ ਦੇ ਉੱਤੇ ਪਿਆ। ਗਰੋਸਰੀ ਵੀ ਅੱਪ ਜਾ ਰਹੀਆਂ ਇਸ ਵੇਲੇ। ਸਾਰੀ ਜਿਹੜੀ ਮਹਿੰਗਾਈ ਆ ਉੱਤੇ ਜਾ ਰਹੀ ਹੈ। ਇਹਨੂੰ ਰੋਕਣ ਦੇ ਲਈ ਵਿਆਜ ਦਰਾਂ ਨੂੰ ਵਧਾਇਆ ਗਿਆ। ਵਿਆਜ ਦਰਾਂ ਨੂੰ ਵਧਣ ਦੇ ਨਾਲ ਜਿਹੜੇ ਹੋਮ ਓਨਰ ਨੇ, ਇਹਨਾਂ ਦੇ ਉੱਤੇ ਕੀ ਅਸਰ ਪਿਆ, ਇਹਦਾ ਇੱਕ ਸਰਵੇ ਕੀਤਾ ਗਿਆ। ਜਿਹੜਾ ਸਰਵੇ ਇਹ ਦੱਸ ਰਿਹਾ ਕਿ 4 ਦੇ ਵਿੱਚੋਂ 1 ਵਿਅਕਤੀ ਜਿਹੜਾ ਘਰ ਇਸ ਵੇਲੇ ਓਨ ਕਰਦਾ ਆ, ਉਹ ਕਹਿ ਰਿਹਾ ਕਿ ਜੇ ਵਿਆਜ ਹੋਰ ਵੱਧ ਗਏ ਤਾਂ ਉਹ ਆਪਣਾ ਘਰ ਵੇਚ ਦਊਗਾ ਜਾਂ ਉਹਨੂੰ ਆਪਣਾ ਘਰ ਵੇਚਣ ਲਈ ਮਜਬੂਰ ਹੋਣਾ ਪਊਗਾ। 4 ਦੇ ਵਿੱਚੋਂ 1 ਵਿਅਕਤੀ। ਬਹੁਤ ਵੱਡੀ ਇਹ ਜਿਹੜੀ ਗਿਣਤੀ ਦੱਸੀ ਜਾ ਰਹੀ ਆ। ਮੈਨੂਲਾਈਫ ਬੈਂਕ ਆਫ ਕੈਨੇਡਾ ਦਾ ਇੱਕ ਸਰਵੇ ਆ। ਇਹ ਸਰਵੇ ਅਪ੍ਰੈਲ 14 ਤੋਂ ਲੈ ਕੇ ਅਪ੍ਰੈਲ 20 ਦੇ ਵਿੱਚ ਕੰਡਕਟ ਕੀਤਾ ਗਿਆ, ਜਿਹਦੇ ਵਿੱਚ
18% ਹੋਮ ਓਨਰ ਜਿਹੜੇ ਪੋਲ ਕੀਤੇ ਗਏ ਉਹ ਪਹਿਲਾਂ ਹੀ ਇੱਕ ਸਟੇਜ ਦੇ ਉੱਤੇ ਪਹੁੰਚ ਚੁੱਕੇ ਸੀ ਕਿ ਉਹ ਕਹਿੰਦੇ ਅਸੀਂ ਆਪਣਾ ਘਰ ਅਫੋਰਡ ਨਹੀਂ ਕਰ ਸਕਦੇ। ਪੰਜਾਂ ਦੇ ਵਿੱਚੋਂ ਇੱਕ ਕੈਨੇਡੀਅਨ ਇਹ ਕਹਿ ਰਿਹਾ ਕਿ ਜਿਹੜਾ ਰਾਈਜ਼ਿੰਗ ਇੰਟਰਸਟ ਰੇਟ ਆ ਉਹਦਾ ਸਿਗਨੀਫੀਕੈਂਟ ਨੈਗੇਟਿਵ ਇੰਪੈਕਟ ਉਹਨਾਂ ਦੀ ਓਵਰਆਲ ਮੌਰਗੇਜ ਦੇ ਉੱਤੇ ਪਿਆ, ਵੀ ਜਿਹਦਾ ਅਸਰ ਉਹਨਾਂ ਨੂੰ ਦੇਖਣ ਨੂੰ ਮਿਲ ਰਿਹਾ। ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਆ ਉਹ ਉਹਨਾਂ ਦੀ ਖਰਾਬ ਹੋ ਗਈ ਆ। ਅੱਧੇ ਤੋਂ ਜ਼ਿਆਦਾ ਜਿਹੜੇ ਲੋਕ ਇਸ ਵੇਲੇ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਉਹ ਇਹਨਾਂ ਵੱਧਦੇ ਰੇਟਾਂ ਦੇ ਲਈ ਤਿਆਰ ਨਹੀਂ। ਇਨਫਲੇਸ਼ਨ ਇਨਕਰੀਜ਼ਿੰਗ ਜਿਹੜੇ ਹਾਊਸ ਪ੍ਰਾਈਸਿਸ ਨੇ ਸਾਰਿਆਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ। ਸਰਵੇ ਦੇ ਵਿੱਚੋਂ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਸਾਹਮਣੇ ਆਈਆਂ। ਇਹ ਵੀ ਗੱਲਬਾਤ ਸਾਹਮਣੇ ਆਈ ਆ ਕਿ 1/3 ਕੈਨੇਡੀਅਨ ਇਸ ਗੱਲ ਨੂੰ ਮੰਨਦੇ ਆ ਕਿ ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ ਕਿ ਇਹ ਇਨਫਲੇਸ਼ਨ ਤੇ ਇੰਟਰਸਟ ਰੇਟ ਦਾ ਆਪਸ ਦੇ ਵਿੱਚ ਸੰਬੰਧ ਕੀ ਆ ਜਾਂ ਇਹ ਕੰਮ ਕਿੱਦਾਂ ਕਰਦੇ ਆ। ਜਿਹੜਾ ਬਾਰ-ਬਾਰ ਜ਼ਿਕਰ ਕੀਤਾ ਜਾਂਦਾ ਕਿ ਜੀ ਮਹਿੰਗਾਈ ਨੂੰ ਰੋਕਣ ਦੇ ਲਈ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ, 1/3 ਕੈਨੇਡੀਅਨ ਕਹਿੰਦੇ ਆ ਕਿ ਸਾਨੂੰ ਨਹੀਂ ਸਮਝ ਆਉਂਦਾ ਇਹ ਕੀ ਆ, ਤੇ ਨਾ ਹੀ ਉਹ ਕਹਿੰਦੇ ਸਾਡੇ ਕੋਲ ਕੋਈ ਫਾਈਨੈਂਸ਼ੀਅਲ ਪਲਾਨ ਆ, ਪਰ ਇਹ ਚੀਜ਼ਾਂ ਉਹਨਾਂ ਨੂੰ ਪਰੇਸ਼ਾਨ ਜ਼ਰੂਰ ਕਰ ਚੁੱਕੀਆਂ। ਸਰਵੇ ਦੇ ਵਿੱਚ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਜਿਹੜੇ 2/3 ਕੈਨੇਡੀਅਨਸ ਨੇ ਉਹ ਹੋਮ ਓਨਰਸ਼ਿਪ ਨੂੰ ਹੁਣ ਅਫੋਰਡੇਬਲ ਆਪਣੀ ਕਮਿਊਨਿਟੀ ਦੇ ਹਿਸਾਬ ਨਾਲ ਨਹੀਂ ਸਮਝ ਰਹੇ। ਅੱਧੇ ਤੋਂ ਜ਼ਿਆਦਾ ਕੈਨੇਡੀਅਨ ਕਹਿ ਰਹੇ ਆ ਕਿ ਉਹ ਜੇ ਕੋਈ ਵੀ ਅਣਚਾਹਿਆ ਖਰਚਾ ਉਹਨਾਂ ਦੇ ਉੱਤੇ ਆ ਪਿਆ, ਭਾਵ ਸਰਪ੍ਰਾਈਜ਼ ਐਕਸਪੈਂਸ, ਕੋਈ ਵੀ ਇਹੋ ਜਿਹਾ ਖਰਚਾ ਜਿਹੜਾ ਉਹਨਾਂ ਦੇ ਪਹਿਲਾਂ ਗਿਣਤੀ ਦੇ ਵਿੱਚ ਨਹੀਂ ਸੀ, ਤਾਂ ਉਹਨਾਂ ਦੇ ਉੱਤੇ ਸੰਕਟ ਪੈਦਾ ਹੋ ਜਾਊਗਾ। ਬਹੁਤਿਆਂ ਨੇ ਇਹ ਵੀ ਗੱਲ ਕਹੀ ਆ ਕਿ ਉਹ ਸਮਰ ਵਕੇਸ਼ਨ ਪਲਾਨਸ ਨੂੰ ਦੁਬਾਰਾ ਸੋਚ ਰਹੇ ਆ ਅਫੋਰਡੇਬਿਲਟੀ ਕੰਸਰਨ ਬਾਰੇ ਕਿ ਸਾਨੂੰ ਕਿਤੇ ਜਾਣਾ ਚਾਹੀਦਾ ਜਾਂ ਕਿਤੇ ਨਹੀਂ ਜਾਣਾ ਚਾਹੀਦਾ। ਪਿਛਲੇ ਕੁਝ ਸਾਲਾਂ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚ ਇੱਕ ਬਹੁਤ ਵੱਡੀ ਸ਼ਿਫਟ ਦੇਖਣ ਨੂੰ ਮਿਲੀ ਆ, ਪਰ ਹੁਣ ਇਹ ਕਹਿਣਾ ਕਿ ਲਗਭਗ ਚੌਥਾ ਹਿੱਸਾ ਲੋਕ ਇਹ ਕਹਿਣ ਲੱਗ ਪਏ ਆ ਕਿ ਸਾਨੂੰ ਘਰ ਵੇਚਣਾ ਪਊਗਾ ਜੇ ਇੱਕ ਵਾਰੀ ਹੋਰ ਇੰਟਰਸਟ ਰੇਟ ਵੱਧ ਗਿਆ। ਤੇ ਇਹ ਗੱਲ ਪੱਕੀ ਆ, ਜਿਹੜੇ ਮਾਹਰ ਇਸ ਵੇਲੇ ਦੱਸ ਰਹੇ ਆ ਕਿ ਇੰਟਰਸਟ ਰੇਟ ਅਜੇ ਵੀ ਹੋਰ ਵਧਣੇ ਆ। ਸੋ ਇਹ ਇਨਫਲੇਸ਼ਨ ਦਾ ਪੇਸ ਲਗਭਗ 6.8% ਦੇ ਉੱਤੇ ਅਪ੍ਰੈਲ ਦੇ ਵਿੱਚ ਚਲਾ ਗਿਆ ਸੀ ਤੇ ਲਗਾਤਾਰ ਪਿਛਲੇ 31 ਸਾਲਾਂ ਦੇ ਵਿੱਚ ਇੰਨੀਆਂ ਕੀਮਤਾਂ ਨਹੀਂ ਵਧੀਆਂ। ਇਸ ਵੇਲੇ ਇੰਟਰਸਟ ਰੇਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਰਹੇ ਆ। ਲੋਕ ਅਫੋਰਡ ਕਰ ਸਕਦੇ ਆ ਜਾਂ ਅਫੋਰਡ ਨਹੀਂ ਕਰ ਸਕਦੇ। ਜਿਹੜੇ ਹਾਇਰ ਇੰਟਰਸਟ ਰੇਟ ਆ ਉਹ ਕਿੰਨੀ ਇਸ ਮਹਿੰਗਾਈ ਨੂੰ ਕਾਬੂ ਦੇ ਵਿੱਚ ਕਰ ਸਕਦੇ ਆ। ਨਤੀਜੇ ਸਾਫ਼ ਤੌਰ ਦੇ ਉੱਤੇ ਵੱਧਦੇ ਇੰਟਰਸਟ ਰੇਟ ਦੇ ਘਰਾਂ ਦੀਆਂ ਕੀਮਤਾਂ ਤੇ ਘਰਾਂ ਦੀ ਸੇਲ ਦੇ ਉੱਤੇ ਪਤਾ ਲੱਗ ਰਹੇ ਆ। ਜਿਹੜੇ ਨਵੇਂ ਨੰਬਰ ਇਸ ਵੇਲੇ ਆਏ ਆ, ਬ੍ਰਿਟਿਸ਼ ਕੋਲੰਬੀਆ ਰੀਅਲ ਸਟੇਟ ਐਸੋਸੀਏਸ਼ਨ BCRA ਤੋਂ ਇਹ ਕਨਫਰਮ ਕਰ ਰਹੇ ਆ ਕਿ ਜਿੱਦਾਂ ਮੌਰਗੇਜ ਦਾ ਵਿਆਜ ਵਧੀ ਜਾਂਦਾ ਉੱਦਾਂ ਜਿਹੜੀ ਘਰਾਂ ਦੀ ਮਾਰਕੀਟ ਆ ਉਹ ਹੌਲੀ ਹੋਈ ਜਾਂਦੀ ਆ। ਰੈਜ਼ੀਡੈਂਸ਼ੀਅਲ ਸੇਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 35% ਮਈ ਦੇ ਵਿੱਚ ਘਟੀ ਆ, 35.1% ਮਈ ਦੇ ਵਿੱਚ ਘਟੀ ਆ ਜੇਕਰ ਇਹਨੂੰ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਐਵਰੇਜ 5 ਈਅਰ ਫਿਕਸਡ ਮੌਰਗੇਜ ਰੇਟ ਇਸ ਵੇਲੇ 4.49 ਦੇ ਨੇੜੇ ਆ, ਜਿਹੜਾ 2009 ਤੋਂ ਬਾਅਦ ਪਹਿਲੀ ਵਾਰ ਇੱਥੇ ਤੱਕ ਪਹੁੰਚਿਆ ਆ। BCRA ਇਹ ਵੀ ਗੱਲ ਦੱਸ ਰਹੇ ਆ ਹੁਣ ਇਹਦੀ ਸੇਲ ਦੇ ਵਿੱਚ 35% ਕਮੀ ਇਹ ਘਰਾਂ ਦੀਆਂ ਕੀਮਤਾਂ ਨੂੰ ਕਿੰਨੇ ਕੁ % ਥੱਲੇ ਲਿਆ ਸਕਦੀ ਆ, ਇਹਦੇ ਵਿੱਚ ਕਿੰਨਾ ਕੁ ਕੁਛ ਹੋ ਸਕਦਾ ਆ, ਤੇ ਇਹਦਾ ਕੀ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਫੋਰਡ ਕਰ ਸਕਣਗੇ ਜਾਂ ਇਹ ਸਿਰਫ ਇੱਕ ਵਕਤੀ ਤੌਰ ਦੇ ਉੱਤੇ ਚੇਂਜ ਆ, ਕਿਉਂਕਿ ਘਰਾਂ ਦੀ ਸਪਲਾਈ ਓਨੀ ਨਹੀਂ ਆ ਜਿੰਨੀ ਡਿਮਾਂਡ ਆ। ਹੋ ਸਕਦਾ ਕਿ ਮਾਰਕੀਟ ਫੇਰ ਪਹਿਲਾਂ ਵਾਂਗੂ ਉੱਪਰ ਵੱਲੋਂ ਜਾਣਾ ਸ਼ੁਰੂ ਕਰ ਦੇਵੇ। ਸਾਊਥ BC ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਜਾ ਰਹੀ ਹੈ। ਨਦੀਆਂ ਦੇ ਕੋਲ, ਰਿਵਰਸ ਦੇ ਕੋਲ ਜਿਹੜੇ ਇਲਾਕੇ ਨੇ ਖਾਸ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਤੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤੇ ਪਾਣੀ ਉਫਾਨ ਤੇ ਹੈ। ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਲੋਕ ਅਲਰਟ ਮੋਡ ਤੇ ਰਹਿਣ, ਉਹਨਾਂ ਨੂੰ ਨਿਕਲਣਾ ਉੱਥੋਂ ਪੈ ਸਕਦਾ। ਕਈ ਥਾਵਾਂ ਤਾਂ ਇੰਨੀਆਂ ਕੁ ਜ਼ਿਆਦਾ ਪ੍ਰਭਾਵਿਤ ਨੇ ਜਿੱਥੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਉੱਥੋਂ ਨਿਕਲ ਜਾਣ ਕਿਉਂਕਿ ਉੱਥੇ ਸੇਫਟੀ ਜਿਹੜੀ ਹੈ ਜ਼ਿਆਦਾ ਨਹੀਂ ਹੈ। ਲਗਾਤਾਰ ਰੁਕ ਕੇ ਪੈ ਰਹੀਆਂ ਬਾਰਿਸ਼ਾਂ ਕਰਕੇ ਮੌਸਮ ਦੇ ਮਿਜਾਜ਼ ਲਗਾਤਾਰ ਵਿਗੜ ਰਹੇ ਨੇ। ਕੈਲਗਰੀ ਦੇ ਵਿੱਚ ਵੀ ਜਿਹੜਾ ਉਹ ਕਈ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ, ਅਲਰਟ ਦੇ ਉੱਤੇ ਲੋਕਾਂ ਨੂੰ ਰੱਖਿਆ ਗਿਆ। ਦੱਖਣ ਪੂਰਬੀ ਬ੍ਰਿਟਿਸ਼ ਕੋਲੰਬੀਆ ਨਦੀ ਦੇ ਹਿੱਸੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਸੂਬੇ ਦੇ ਕਈ ਹੋਰ ਜਲ ਮਾਰਗ ਹੜ੍ਹਾਂ ਦੀ ਨਿਗਰਾਨੀ ਹੇਠ ਨੇ ਕਿਉਂਕਿ ਭਾਰੀ ਬਾਰਿਸ਼ ਵੱਧਦੀਆਂ ਨਦੀਆਂ ਤੇ ਉਹਨਾਂ ਦੇ ਕੰਢਿਆਂ ਦੇ ਉੱਤੇ ਧੱਕਣ ਦੀ ਸਮਰੱਥਾ ਰੱਖਦੀ ਹੈ। ਰਿਵਰ ਫੋਰਕਾਸਟ ਸੈਂਟਰ ਨੇ ਫਰਨੀ ਵਿਖੇ ਐਲਕ ਰਿਵਰ ਦੀ ਹੜ੍ਹ ਚੇਤਾਵਨੀ ਪੋਸਟ ਕੀਤੀ ਹੈ ਤੇ ਕੈਰੀਬੀਅਨ ਤੇ ਪੂਰਬੀ ਕਟੇਨੇ ਤੱਕ ਨਦੀਆਂ ਦੇ ਲਈ ਹੜ੍ਹਾਂ ਦੀ ਨਿਗਰਾਨੀ ਕਰਦੇ ਹੋਏ ਇਨਵਰੇਮਰ, ਰੇਡੀਅਮ, ਰੈਵਲਸਟੋਕ ਤੇ ਪੱਛਮ ਤੱਕ ਸੋਸਵੈਪ ਦੇ ਆਲੇ ਦੁਆਲੇ ਨਦੀਆਂ ਵਿੱਚ ਹੜ੍ਹ ਦੀਆਂ ਨਜ਼ਰਾਂ ਸ਼ਾਮਿਲ ਨੇ। ਅਪਡੇਟ ਕੀਤੀਆਂ ਚੇਤਾਵਨੀਆਂ ਤੇ ਜਿਹੜੀਆਂ BC ਤੇ ਦੱਖਣੀ ਪੂਰਬ ਕੋਨੇ ਦੇ ਲਈ ਬਾਰਿਸ਼ ਦੀਆਂ ਚੇਤਾਵਨੀਆਂ ਤੇ ਵਿਸ਼ੇਸ਼ ਮੌਸਮ ਬਿਆਨਾਂ ਦੀ ਪਾਲਣਾ
ਕਈ ਥਾਵਾਂ ਤੇ ਕੀਤੀ ਜਾ ਰਹੀ ਹੈ। ਇੱਕ ਆਉਣ ਵਾਲੇ ਤੂਫਾਨ ਦੇ ਰੂਪ ਦੇ ਵਿੱਚ ਮੰਗਲਵਾਰ ਦੇਰ ਤੱਕ ਐਲਕ ਵੈਲੀ ਤੇ ਪੂਰਬੀ ਕੋਟੈਨੇ ਵਿੱਚ 80 ਮਿਲੀਮੀਟਰ ਤੱਕ ਮੀਂਹ ਪੈ ਰਿਹਾ ਹੈ। ਅਸਥਿਰ ਮੌਸਮ ਨੇ ਹਾਈਵੇ 3 ਦੀਆਂ ਸਭ ਤੋਂ ਉੱਚੀਆਂ ਥਾਵਾਂ ਤੇ ਬਰਫ਼ਬਾਰੀ ਦੀ ਚੇਤਾਵਨੀ ਵੀ ਦਿੱਤੀ ਹੈ, ਕਿਉਂਕਿ ਭਵਿੱਖਬਾਣੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਮੰਗਲਵਾਰ ਦੇਰ ਤੱਕ ਕ੍ਰਿਸਟੀਨਾ ਝੀਲ ਤੇ ਕੈਸਟਨ ਦੇ ਵਿਚਕਾਰ 10 ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ। ਸੋਮਵਾਰ ਦੇ ਸ਼ੁਰੂ ਵਿੱਚ ਅਕਨੈਗਨ ਬਾਉਂਡਰੀ ਤੇ ਸਮਿਲਖੇਮਿਨ ਦੇ ਵਿੱਚ ਉੱਚ ਸਟ੍ਰੀਮ ਫਲੋ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਥੌਮਸਨ ਖੇਤਰ ਦੇ ਕੁਇਲਸਨ ਤੋਂ ਦੱਖਣ ਸਮੁੰਦਰ ਤੱਕ ਪੂਰੇ ਫਰੇਜ਼ਰ ਰਿਵਰ ਕੋਰੀਡੋਰ ਦੇ ਲਈ ਸਮਾਨ ਸਲਾਹਾਂ ਜਾਰੀ ਨੇ। ਕਿਸੇ ਵੀ ਨਿਕਾਸੀ ਦਾ ਹੁਕਮ ਤਾਂ ਨਹੀਂ, ਪਰ 6 ਮੀਲ ਦੂਰ ਕਮਿਊਨਿਟੀ ਦੁਹੈਮਲ ਕ੍ਰੀਕ ਨਾਰਥ ਆਫ ਨੈਲਸਨ ਵਿਖੇ ਅਤੇ 18 ਸੰਪਤੀਆਂ ਤੁਲੈਮਿਨ ਰਿਵਰ ਤੇ 80 ਸੰਪਤੀਆਂ ਫਰੇਜ਼ਰ ਰਿਵਰ ਈਸਟਰਨ ਫਰੇਜ਼ਰ ਵੈਲੀ ਡਿਸਟ੍ਰਿਕਟ ਇਨ ਕੈਂਟ ਵਿਖੇ ਚੇਤਾਵਨੀਆਂ ਲਾਗੂ ਕੀਤੀਆਂ ਗਈਆਂ ਨੇ। ਉੱਤਰ ਪੱਛਮੀ BC ਦੇ ਵਿੱਚ ਸਮਿਥਸ ਦੇ ਟੈਰੇਸ ਦੇ ਆਲੇ ਦੁਆਲੇ ਦੇ ਘਰਾਂ ਦੇ ਲਈ ਪਹਿਲਾ ਚੇਤਾਵਨੀਆਂ ਬਲਕਲੇ, ਸਕੀਨਾ ਤੇ ਹੋਰ ਉੱਤਰ ਪੱਛਮੀ ਨਦੀਆਂ ਦੇ ਪੱਧਰ ਦੇ ਘਟਣ ਕਾਰਨ ਹਫ਼ਤੇ ਦੇ ਅੰਤ ਵਿੱਚ ਉੱਚਾ ਚੁੱਕਿਆ ਗਿਆ ਸੀ। ਉੱਤਰ ਪੂਰਬੀ BC ਵਿੱਚ ਜਲਮਾਰਗ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਫੈਟਨ ਨੈਲਸਨ ਤੋਂ ਯੂਕੇਨ ਸੀਮਾ ਤੱਕ ਲਿਅਰਡ ਨਦੀ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਹੈ ਤੇ ਹੋਰ ਉੱਤਰੀ ਨਦੀਆਂ ਲਈ ਉੱਚ ਸਟ੍ਰੀਮ ਫਲੋ ਐਡਵਾਈਜ਼ਰੀਆਂ ਜਾਰੀ ਨੇ। ਕੇਂਦਰ ਦਾ ਕਹਿਣਾ ਹੈ ਕਿ ਉੱਤਰੀ ਨਦੀਆਂ ਜਿਨ੍ਹਾਂ ਨੇ ਸ਼ਨੀਵਾਰ ਨੂੰ ਸਮਤਲ ਹੋਣ ਦੇ ਸੰਕੇਤ ਦਿਖਾਈ ਦਿੱਤੇ ਨੇ, ਹਫ਼ਤੇ ਦੇ ਅੰਤ ਵਿੱਚ ਬਾਰਿਸ਼ ਦੇ ਕਾਰਨ ਫਿਰ ਤੋਂ ਵੱਧ ਸਕਦੇ ਨੇ। ਕੈਲਗਰੀ ਨੇ ਵੀ ਕਨੈਕਟਿਕਟ ਰੀਜਨ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਦੇ ਮੱਦੇਨਜ਼ਰ ਲੋਕਾਂ ਨੂੰ ਐਲਬੋ ਰਿਵਰ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਬੁੱਧਵਾਰ ਸਵੇਰ ਤੱਕ 75 ਤੋਂ 10 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ। ਸਿਟੀ ਦਾ ਕਹਿਣਾ ਹੈ ਕਿ ਨਦੀ ਦੇ ਕਿਨਾਰਿਆਂ ਤੇ ਹੜ੍ਹ ਆਉਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਕੈਲਗਰੀ ਸਿਟੀ ਦੇ ਐਲਬੋ ਰਿਵਰ ਦੇ ਵਿੱਚ ਬੋਟਿੰਗ ਕਰਨ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਟੀ ਦਾ ਕਹਿਣਾ ਹੈ ਕਿ ਹੜ੍ਹ ਦੀ ਸੰਭਾਵਨਾ ਨਹੀਂ ਹੈ, ਪਰ ਨਦੀ ਦੇ ਵਹਾਅ ਦੀ ਦਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਖਤਰਨਾਕ ਸਥਿਤੀਆਂ ਪੈਦਾ ਹੋ ਸਕਦੀਆਂ ਨੇ। ਹਾਲਾਂਕਿ ਐਡਵਾਈਜ਼ਰੀ ਹਾਲ ਹੀ ਦੀ ਘੜੀ ਐਲਬੋ ਰਿਵਰ ਲਈ ਜਾਰੀ ਕੀਤੀ ਗਈ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸੁੱਖ ਦੇ ਵਿੱਚ ਤਾਂ ਹਰ ਕੋਈ ਨਾਲ ਖੜਦਾ ਹੈ, ਸਹੀ ਇਨਸਾਨ ਉਹ ਜਿਹੜਾ ਦੁੱਖ ਦੇ ਵਿੱਚ ਵੀ ਸ਼ਰੀਕ ਹੋਵੇ। ਇਸੇ ਸੋਚ ਦੇ ਮਕਸਦ ਦੇ ਸਦਕਾ ਹੀ ਜਿਹੜੇ ਕਿ ਕੈਮਲੂਪਸ ਦੇ ਵਿੱਚ ਅਸੀਂ ਦੇਖਿਆ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਹੜੇ ਸਰਵਾਈਵਰ ਹੁਣ ਬੱਚੇ ਨੇ, ਉਹਨਾਂ ਦੀ ਮਦਦ ਕਰਨ ਦੇ ਲਈ, ਉਹਨਾਂ ਦੀ ਸਪੋਰਟ ਕਰਨ ਦੇ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ। ਲੈਜੈਂਡਰੀ ਜਿਹੜੇ ਸਿੱਖ ਰਾਈਡਰਸ ਨੇ, ਉਹਨਾਂ ਦੇ ਵੱਲੋਂ 18 ਜੂਨ ਨੂੰ ਫਿਲਹਾਲ ਇੱਕ ਰੈਲੀ ਕੱਢੀ ਜਾ ਰਹੀ ਹੈ। ਉਸ ਰੈਲੀ ਦੇ ਵਿੱਚ ਬਹੁਤ ਵੱਡੇ ਗਿਣਤੀ ਦੇ ਵਿੱਚ ਕਾਫਲਾ ਸਰੀ ਤੋਂ ਇੱਥੇ ਕੈਮਲੂਪਸ ਜਿਹੜਾ ਉਹ ਪਹੁੰਚੇਗਾ ਤੇ ਜਿੰਨੇ ਵੀ ਇਸ ਵੇਲੇ ਮੂਲ ਵਾਸੀ ਸਰਵਾਈਵਰਸ ਨੇ, ਉਹਨਾਂ ਦੇ ਨਾਲ ਖੜਨ ਦਾ ਇਹ ਕਾਫਲਾ ਦਮ ਭਰ ਰਿਹਾ ਹੈ। ਕੈਮਲੂਪਸ ਦੇ ਵਿੱਚ ਮਿਲੀਆਂ ਮੂਲ ਵਾਸੀ ਬੱਚਿਆਂ ਦੀਆਂ ਅਨਮਾਰਕਡ ਕਬਰਾਂ ਤੋਂ ਬਾਅਦ ਮੂਲ ਵਾਸੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਉਹਨਾਂ ਦਾ ਦੁੱਖ ਸਾਰੀ ਜ਼ਿੰਦਗੀ ਦਾ ਉਹ ਦੁੱਖ ਹੈ ਜਿਸ ਨੂੰ ਸ਼ਾਇਦ ਭਰਨਾ ਮੁਸ਼ਕਿਲ ਹੈ, ਪਰ ਇਸ ਵੇਲੇ ਉਹਨਾਂ ਨੂੰ ਜ਼ਰੂਰਤ ਹੈ ਬਾਕੀ ਕਮਿਊਨਿਟੀਆਂ ਉਹਨਾਂ ਦੇ ਦੁੱਖ ਨੂੰ ਸਮਝਣ ਤੇ ਉਹਨਾਂ ਦੇ ਨਾਲ ਸ਼ਾਮਿਲ ਹੋਣ, ਜਿਸ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ। ਲੈਜੈਂਡਰੀ ਸਿੱਖ ਰਾਈਡਰਸ ਦੀ ਟੀਮ 18 ਜੂਨ ਨੂੰ ਉਹਨਾਂ ਦੇ ਹੱਕ ਦੇ ਵਿੱਚ ਇੱਕ ਰੈਲੀ ਕੱਢਣ ਜਾ ਰਹੀ ਹੈ। ਇਸ ਰੈਲੀ ਦਾ ਮਕਸਦ ਸੀਨੀਅਰ ਵੈਟਰਨ ਰਾਈਡਰ ਮਲਕੀਤ ਸਿੰਘ ਹੁੰਜਲ ਨੇ ਕੁਝ ਇਸ ਤਰ੍ਹਾਂ ਸਮਝਾਇਆ। ਇਹ ਰੈਲੀ ਜੀ ਹੈਗੀ ਸੋਲੀਡੈਰਿਟੀ ਰਾਈਡ ਆ। ਇਹ ਰੈਲੀ ਜਿਹੜੇ ਸਮਰਪਿਤ ਕਰਦੀ ਹੈ ਵੀ ਜਿਹੜੇ ਆਪਣੇ ਸਰਵਾਈਵਰਸ ਆ ਤੇ ਪਲੱਸ ਜਿਹੜੇ ਨਿਆਣੇ ਪੈਰਿਸ਼ ਹੋ ਗਏ, ਇਹ ਉਹਨਾਂ ਦੀ ਸਪੋਰਟ ਲਈ ਚੱਲੇ ਹਾਂ ਅਸੀਂ, ਕਿਉਂਕਿ ਇਹ ਜਿਹੜੀ ਇੱਦਾਂ ਦੀ ਰੈਲੀਆਂ ਹੁੰਦੀਆਂ ਆਮ ਤੌਰ 'ਤੇ ਖੁਸ਼ੀ ਵਾਲੀਆਂ ਹੁੰਦੀਆਂ। ਦਿਸ ਇਜ਼ ਵਨ ਆਫ ਦੋਜ਼ ਸੋਲੀਡੈਰਿਟੀ ਰਾਈਡਸ ਹੁੰਦੀ ਹੈ। ਇਹ ਬਹੁਤ ਰੇਅਰ ਹੁੰਦੀਆਂ, ਪਰ ਦਿਸ ਇਜ਼ ਵਨ ਆਫ ਦੋਜ਼ ਥਿੰਗਸ। ਇਹ ਸਾਡਾ ਪਹਿਲੇ ਸਾਲ ਅਸੀਂ ਜਾਏ ਹਾਂ, ਐਤਕੀ ਦਿਸ ਇਜ਼ ਦ ਸੈਕੰਡ ਐਨੂਅਲ ਰਾਈਡ ਆ ਤੇ ਅਸੀਂ ਤਿਆਰ 18 ਤਰੀਕ ਨੂੰ। ਇਹ 18 ਤਰੀਕ ਨੂੰ ਜਾਣਾ ਜੀ, ਤੇ ਇਹ ਜਿਹਨੇ ਵੀ ਜਾਣਾ ਪਾਰਟਿਸਿਪੇਟ ਕਰਨਾ, ਕੋਈ ਗੱਡੀ ਆ, ਕੋਈ ਟਰੱਕ ਆ, ਕੋਈ ਵੈਨ ਆ, ਜੀਪ ਆ, ਜਿਸ ਤਰ੍ਹਾਂ ਵੀ ਜਾਣਾ, ਉਹ 9 o'clock ਸ਼ਾਰਪ ਐਬਸਫੋਰਡ ਆਟੋ ਮਾਲ 'ਚ ਉੱਥੇ ਇਕੱਠ ਹੋਣਾ। ਉੱਥੋਂ ਇਕੱਠੇ ਹੋ ਕੇ ਜਾਣਾ ਸਾਰਿਆਂ ਨੇ ਮੇਰਠ ਤੋਂ ਫਿਰ ਕੈਮਲੂਪਸ ਜਾਣਾ। ਸੋ ਜਿਹਨੇ ਪਾਰਟਿਸਿਪੇਟ ਕਰਨਾ ਮੰਗਦਾ ਦਿਸ ਕਮਿੰਗ ਸੈਟਰਡੇ ਆਪਣੇ 18 ਤਰੀਕ ਨੂੰ ਆਪਣੇ ਐਬਸਫੋਰਡ ਆਟੋ ਮਾਲ 'ਚ ਉੱਥੇ ਜ਼ਰੂਰ ਆਉਣਾ ਸਾਰੇ। ਰੈਲੀ ਦੌਰਾਨ ਹੋਰ ਕੀ ਕੁਝ ਹੋਵੇਗਾ ਖਾਸ ਕੈਮਲੂਪਸ ਦੇ ਵਿੱਚ, ਆਓ ਜਾਣਦੇ ਹਾਂ। ਉੱਥੇ ਅਸੀਂ ਤਕਰੀਬਨ ਸਕੇਲ ਤੇ ਇਕੱਠੇ ਹੋਵਾਂਗੇ ਜਾ ਕੇ ਕੈਮਲੂਪਸ ਵਿੱਚ 12:30 ਵਜੇ ਜਾਣੇ ਤਕਰੀਬਨ, ਡਿਪੈਂਡਸ ਵੈਦਰ ਕੰਡੀਸ਼ਨ ਕਿਸ ਤਰ੍ਹਾਂ। ਪੁਲਿਸ ਐਸਕੋਰਟ ਹੋ ਸਾਨੂੰ ਲੈ ਕੇ ਜਾਓ ਸਟੇਡੀਅਮ 'ਚ। ਸਟੇਡੀਅਮ ਵਿੱਚ ਜਾ ਕੇ ਅਨਾਊਂਸਮੈਂਟਸ ਵਗੈਰਾ ਹੋਣਗੀਆਂ। ਜਿਹੜੇ ਆਪਣੇ ਇੰਡੀਜਨਸ ਲੋਕੀ ਹੁੰਦੇ ਆ ਉਹ ਫਿਰ ਸੈਲੀਬ੍ਰੇਟ ਕਰਦੇ ਆ, ਡਰਮ ਐਂਡ ਉਹਨਾਂ ਦਾ ਜਿਹੜਾ ਸੈਲੀਬ੍ਰੇਸ਼ਨ ਜਿਸ ਤਰ੍ਹਾਂ ਕਰਦੇ ਨਾ। ਐਂਡ ਦੈਨ ਉਦੋਂ ਬਾਅਦ ਆਪਣੇ ਗਿਆਨੀ ਜੀ ਨਾਲ ਹੋਣਗੇ ਸਾਡੇ, ਉਹ ਅਰਦਾਸ ਕਰਨਗੇ ਜਿਹੜੇ ਨਿਆਣੇ ਦੀ ਨਿਮਰਤ। ਐਂਡ ਇਟ ਵਿਲ ਬੀ ਡਿਗਨਿਟਰੀਜ਼ ਹੋਣਗੇ, ਉਹ ਵੀ ਸਪੀਚ ਕਰਨਗੇ, ਸਾਨੂੰ ਵੀ ਸ਼ਾਇਦ ਬੋਲਣਾ ਪਵੇ। ਸੋ ਇਟ ਵਿਲ ਬੀ ਪ੍ਰੀਟੀ ਗੁੱਡ ਥਰੂ ਆਊਟ ਜਿਹੜਾ ਸਾਡਾ ਸਿੱਖ ਕਮਿਊਨਿਟੀ ਜਿਹੜੀ ਕਿ ਹਰ ਕਿਸੇ ਦੀ ਮਦਦ ਲਈ ਵੱਧ ਤੋਂ ਵੱਧ ਅੱਗੇ ਆਉਂਦੀ ਹੈ। ਮੂਲ ਵਾਸੀ ਸਰਵਾਈਵਰਾਂ ਦੀ ਸਪੋਰਟ ਕਰਨ ਪਹੁੰਚੀ ਤਾਂ ਕਿ ਮੂਲ ਵਾਸੀ ਸਿੱਖ ਕਮਿਊਨਿਟੀ ਨੂੰ ਪਹਿਚਾਣਦੇ ਸੀ। ਇਹ ਜੀ ਜਦੋਂ ਅਸੀਂ
ਜਦੋਂ ਅਸੀਂ ਉਹਨਾਂ ਕੋਲ ਗਏ ਪਿਛਲੇ ਸਾਲ ਐਂਡ ਉੱਥੇ ਸਾਨੂੰ ਲੇਡੀ ਮਿਲੀ ਅਤੇ ਉਹ ਸੀਗਾ ਗੀਅਰ ਪਾਇਆ, ਉਹਦੇ ਕੋਲ ਲੈਦਰ ਗੀਅਰ ਸਾਰਾ। ਅਤੇ ਮੈਂ ਉਹਨੂੰ ਕਿਹਾ ਸੀਗਾ ਵੀ ਸਾਨੂੰ ਅਸੀਂ ਕ੍ਰਾਸ ਕੈਨੇਡਾ ਜਾਣਾ ਸੀਗਾ ਅਤੇ ਵੀ ਸਾਨੂੰ ਇੱਕ ਨਿਸ਼ਾਨੀ ਦੇ ਵੀ ਬਣਾ ਕੇ, ਬਿਕੋਜ਼ ਜਿਹੜੇ ਇੰਡੀਜਨਸ ਲੋਕ ਜਿਹੜੇ ਨਿਆਣੇ ਆ, ਬਿਕੋਜ਼ ਅਸੀਂ ਨਿਆਣੇ ਦੀ ਰਾਈਡ ਸੀਗੀ ਕ੍ਰਾਸ ਕੈਨੇਡਾ ਜਾਣਾ ਸੀ, ਵੀ ਇੱਕ ਉਹਨਾਂ ਨੇ ਮੇਰੇ ਤੱਕ ਕੋਈ ਚੀਜ਼ ਸਾਨੂੰ ਨਿਸ਼ਾਨੀ ਦੇ ਵੀ ਜੇ ਅਸੀਂ ਲੈ ਕੇ ਜਾਈਏ ਕ੍ਰਾਸ ਕੈਨੇਡਾ। ਅਤੇ ਉਹਨਾਂ ਨੇ ਫਿਰ ਸਾਨੂੰ ਵੈਸਟਾਂ ਬਣਾ ਕੇ ਦਿੱਤੀਆਂ। ਵੈਸਟਾਂ ਜੋ ਇਕੱਲੀ ਵੈਸਟ ਫਿਰ ਕੰਪਲੀਟ ਨਹੀਂ ਹੁੰਦੀ, ਫਿਰ ਸਾਡੀ ਲੋਗੋ ਲੱਗੀ ਅਤੇ ਇਹ ਉਹਨਾਂ ਦੀ ਲੋਗੋ ਆ। ਇਹ ਕਹਿੰਦੇ ਮੈਡੀਸਨ ਵੀਲ, ਜਿਹੜਾ ਮੈਡੀਸਨ ਵੀਲ ਆ ਇਹ ਜਿਵੇਂ ਆਪਾਂ ਕਹਿੰਦੇ ਵੀ ਪੰਜੇ ਤੱਤ, ਪੰਜੇ ਪਰਮੇਸ਼ਨ, ਪੰਜੇ ਇਮੋਸ਼ਨਸ ਆ, ਇਹ ਫੀਲਿੰਗਸ ਆ ਬੰਦੇ ਦੀਆਂ, ਅਤੇ ਪੰਜ ਹੀ ਹੈਗੇ ਸੌਰੀ ਆਪਣੇ ਮਤਲਬ ਇਮੋਸ਼ਨਸ, ਪਰ ਇਹ ਉਹੀ ਬਿਲੀਵ ਕਰਦੇ ਚਾਰਾਂ 'ਚ। ਇਹ ਇਹਨਾਂ ਦੇ ਨਾਰਥ ਈਸਟ ਸਾਊਥ ਵੈਸਟ, ਫਿਰ ਪਾਣੀ, ਹਵਾ, ਆਲ ਦੋਸ, ਇਹ ਸਾਰੇ ਐਲੀਮੈਂਟਸ ਇਹ ਕਵਰ ਹੁੰਦੇ ਇਹਦੇ ਵਿੱਚ। ਇਹਨੂੰ ਮੈਡੀਸਨ ਵੀਲ ਕਹਿੰਦੇ, ਇਹ ਬੈਲੈਂਸ ਰੱਖਦੇ ਲਾਈਫ ਦਾ, ਐਂਡ ਦੈਟਸ ਵਾਟ ਇਟ ਮੀਨਸ। ਇਹ ਜਿਹੜੇ ਇੰਡੀਜਨਸ ਲੋਕ ਇਹ ਬਿਲੀਵ ਕਰਦੇ ਇਸ ਚੀਜ਼ ਨੂੰ, ਜਿਵੇਂ ਆਪਾਂ ਖੰਡੇ ਨੂੰ ਬਿਲੀਵ ਕਰਦੇ ਹਾਂ, ਜੋ ਆਪਾਂ ਟਰੱਕਾਂ ਅਤੇ ਗੱਡੀਆਂ ਦੇ ਲੋਕੀ ਲਾਈਫ ਕਰਦੇ ਵੀ ਅਸੀਂ ਇਹਨੂੰ ਬਿਲੋਂਗ ਕਰਦੇ ਹਾਂ, ਇਹ ਉਹਨਾਂ ਦੀ ਬਿਲੋਂਗਿੰਗ ਆ। ਜਦੋਂ ਇਹ ਚੀਜ਼ ਦੇਖਦੇ ਆ ਉਹ ਸਾਨੂੰ ਉਹ ਜਿੱਦਾਂ ਮਰਜ਼ੀ ਦੇਖੀ ਜਾਣ, ਪਰ ਜੋ ਇਹ ਦੇਖਦੇ ਆ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਇਹ ਬੰਦੇ ਸਾਡੇ ਆ, ਵੀ ਸਾਡੇ ਲਈ ਖੜ੍ਹੇ ਆ। ਐਂਡ ਵੀ ਡਿਡ ਬਿਕਾਜ਼ ਅਸੀਂ ਪਹਿਲੇ ਸਾਲ ਵੀ ਗਏ ਸੀ, ਐਤਕੀ ਫੇਰ ਜਾਣਾ, ਸੋ ਇਸ ਕਰਕੇ they have more respect for ਜਿਹੜੇ ਬੰਦੇ ਭੱਗ ਦੜੀ ਵਾਲੇ than they ever did before। ਉਹ ਅਗਲੇ ਕਈ ਵਾਰ ਹੁੰਦਾ ਜਿੰਨਾ 'ਚ ਤੁਸੀਂ ਖੜ੍ਹਦੇ ਨੇ, ਕਿਸੇ ਨੂੰ ਤੁਸੀਂ ਹੈਂਡ ਨਹੀਂ ਦਿੰਦੇ ਜਾਂ ਅਸੀਂ ਬਾਂਹ ਨਹੀਂ ਫੜਾਉਂਦੇ ਜਾਂ ਉਹਨਾਂ ਦੇ ਦੁੱਖ ਦਰਦ 'ਚ ਨਹੀਂ ਖੜ੍ਹਦੇ, ਉਹ ਕਈ ਵਾਰੀ ਬੰਦੇ ਦੀ ਫੀਲਿੰਗ ਜਿਹੜੀ ਹੁੰਦੀ ਆ ਉਹ ਉਸ ਤਰ੍ਹਾਂ ਨਹੀਂ ਹੁੰਦੀ ਵੀ ਜਿਸ ਤਰ੍ਹਾਂ ਤੁਹਾਡੀ ਪਹਿਲਾਂ ਹੁੰਦੀ ਆ। ਸੋ now they have more respect for us, you know, in that sense। ਕਹਿੰਦੇ ਨੇ ਸੁੱਖ ਵਿੱਚ ਤਾਂ ਹਰ ਕੋਈ ਨਾਲ ਖੜਦਾ ਹੈ, ਇਨਸਾਨ ਉਹੀ ਸੱਚਾ ਜੋ ਦੁੱਖ ਦੇ ਵਿੱਚ ਵੀ ਸ਼ਰੀਕ ਹੋਵੇ। ਇਸੇ ਕੋਸ਼ਿਸ਼ ਸਦਕਾ ਸਿੱਖ ਭਾਈਚਾਰਾ ਇਸ ਰੈਲੀ ਜ਼ਰੀਏ ਮੂਲ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਦਾ ਦਮ ਭਰ ਰਿਹਾ ਹੈ। ਇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ BC ਦੇ ਵਿੱਚ ਬਹੁਤ ਸਾਰੀਆਂ ਦੁਰਘਟਨਾਵਾਂ ਦੇ ਵਿੱਚ ਤੇਜ਼ ਰਫ਼ਤਾਰੀ ਜਿਹੜੀ ਹੈ ਉਹ ਕਾਰਨ ਬਣਦੀ ਹੈ। 82-85% ਦੀ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਤੇਜ਼ ਰਫ਼ਤਾਰੀ ਕਰਕੇ ਹੀ ਦੁਰਘਟਨਾ ਦਾ ਸ਼ਿਕਾਰ ਹੁੰਦੇ ਨੇ। ਇਸੇ ਲਈ ਜੋ ਸਰਵੇ ਹੁਣ ਕੀਤੇ ਜਾ ਰਹੇ ਨੇ ਉਸ ਮੁਤਾਬਕ 66% ਦੀ ਜਿਹੜੇ BC ਵਾਸੀ ਨੇ ਉਹ ਆਪਣੀ ਸਪੀਡ ਲਿਮਟ ਨੂੰ ਹੌਲੀ ਕਰਨ ਦੇ ਉੱਤੇ ਤਵੱਜੋ ਦੇ ਰਹੇ ਨੇ, ਧਿਆਨ ਦੇ ਰਹੇ ਨੇ। ਜ਼ਿਆਦਾਤਰ ਇਸ ਦੇ ਵਿੱਚ ਔਰਤਾਂ ਵੀ ਸ਼ਾਮਿਲ ਹੈ ਅਤੇ 35 ਸਾਲ ਤੋਂ ਜਿਹੜੇ ਨੇ ਉਮਰ ਦੇ ਜਿਹੜੇ ਲੋਕ ਨੇ ਉਹ ਵੀ ਜ਼ਿਆਦਾਤਰ ਇਸ ਚੀਜ਼ ਦਾ ਖਿਆਲ ਰੱਖ ਰਹੇ ਨੇ ਕਿ ਉਹਨਾਂ ਦੀ ਜਿਹੜੀ ਸਪੀਡ ਹੈ ਉਹ ਲਿਮਟ ਰੱਖਣ ਆਪਣੀ ਸਪੀਡ ਦੇ ਵਿੱਚ, ਤਾਂ ਕਿ ਹਾਦਸੇ ਜਿਹੜੇ ਨੇ ਉਹ ਰੁਕ ਸਕਣ। ਆਓ ਇੱਕ ਰਿਪੋਰਟ ਦੇਖਦੇ ਹਾਂ ਅਤੇ ਉਸ ਰਿਪੋਰਟ ਜ਼ਰੀਏ ਜਾਣਦੇ ਹਾਂ ਕਿ ਕਿਹੜੇ ਉਹ ਲੋਕ ਨੇ ਜਿਹੜੇ ਕਿ ਖਾਸ ਤੌਰ ਦੇ ਉੱਤੇ ਘੱਟ ਸਪੀਡ ਦੇ ਵਿੱਚ ਇਸ ਵੇਲੇ ਗੱਡੀਆਂ ਦੀ ਰਫ਼ਤਾਰ ਨੂੰ ਰੱਖਣਾ ਚਾਹੁੰਦੇ ਨੇ। ਜਿਵੇਂ ਕਿ ਤੇਜ਼ ਰਫ਼ਤਾਰ ਘਾਤਕ ਕ੍ਰੈਸ਼ਾਂ ਦੇ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਪ੍ਰਮੁੱਖ ਕਾਰਨ ਹੈ। BC ਦੇ 66% ਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਸਪੀਡ ਸੀਮਾ ਨੂੰ ਘਟਾਉਣ ਨਾਲ ਠੀਕ ਹੋਣਗੇ। ਸ਼ੁੱਕਰਵਾਰ 10 ਜੂਨ ਨੂੰ ਜਾਰੀ ਕੀਤੇ ਗਏ ਇੱਕ ਰਿਸਰਚ ਕੰਪਨੀ ਪੋਲ ਦੇ ਅਨੁਸਾਰ 66% ਦੀ BC ਵਾਸੀ ਯਕੀਨਨ ਜਾਂ ਸ਼ਾਇਦ ਆਪਣੀ ਨਗਰਪਾਲਿਕਾ ਦੀਆਂ ਸਾਰੀਆਂ ਰਿਹਾਇਸ਼ੀ ਸੜਕਾਂ ਤੇ ਰਫ਼ਤਾਰ ਲਿਮਟ ਨੂੰ 30 ਕਿਲੋਮੀਟਰ ਪ੍ਰਤੀ ਘੰਟੇ ਤੱਕ ਘਟਾ ਕੇ ਦੇਖਣਾ ਚਾਹੁਣਗੇ, ਜਦੋਂ ਕਿ ਆਰਟੀਰੀਅਲ ਤੇ ਕਲੈਕਟਰ ਸੜਕਾਂ ਤੇ ਰਫ਼ਤਾਰ ਨੂੰ 50 ਕਿਲੋਮੀਟਰ ਪ੍ਰਤੀ ਘੰਟਾ ਰੱਖਦੇ ਨੇ। ਰਿਸਰਚ ਕੰਪਨੀ ਨੇ ਕਿਹਾ ਹੈ ਕਿ ਇਹ 2019 ਦੇ ਮੁਕਾਬਲੇ 8% ਦੀ ਅੰਕਾਂ ਦਾ ਵਾਧਾ ਹੈ। ਰਿਹਾਇਸ਼ੀ ਗਤੀ ਜਿਹੜੀ ਹੈ ਉਹਦੀ ਲਿਮਿਟ ਨੂੰ ਘਟਾਉਣ ਦਾ ਵਿਚਾਰ ਦੱਖਣੀ BC ਵਿੱਚ 72% ਦੀ ਮੈਟਰੋ ਵੈਨਕੂਵਰ ਤੇ ਉੱਤਰ BC ਵਿੱਚ 67% ਦੀ ਫਰੇਜ਼ਰ ਵੈਲੀ ਵਿੱਚ 63% ਦੀ ਤੇ ਵੈਨਕੂਵਰ ਆਈਲੈਂਡ ਦੇ ਵਿੱਚ 58% ਦੁਆਰਾ ਸਭ ਤੋਂ ਵੱਧ ਪ੍ਰਸਿੱਧ ਹੈ। ਔਰਤਾਂ ਤੇ 18 ਤੋਂ 34 ਸਾਲ ਦੀ ਉਮਰ ਦੇ ਲੋਕ ਘੱਟ ਸਪੀਡ ਦੇ ਪੱਖ ਦੇ ਵਿੱਚ ਨੇ। 2019 ਵਿੱਚ ਵੈਨਕੂਵਰ ਸਿਟੀ ਕੌਂਸਲ ਨੇ ਸ਼ਹਿਰ ਦੀਆਂ ਚੋਣਵੀਆਂ ਰਿਹਾਇਸ਼ੀ ਸੜਕਾਂ ਤੇ ਸਪੀਡ ਲਿਮਿਟ ਨੂੰ 30 ਕਿਲੋ ਘੰਟੇ ਤੱਕ ਘਟਾਉਣ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਸਥਾਪਿਤ ਕਰਨ ਲਈ ਇੱਕ ਮਤਾ ਪਾ ਦਿੱਤਾ ਹੈ। ਪਾਇਲਟ ਪ੍ਰੋਜੈਕਟ ਇਸ ਸਮੇਂ ਗ੍ਰੈਂਡਵਿਊ ਵੁੱਡਲੈਂਡ ਦੇ ਵਿੱਚ ਚੱਲ ਰਿਹਾ ਹੈ। ਇੰਸ਼ੋਰੈਂਸ ਕਾਰਪੋਰੇਸ਼ਨ ਆਫ BC ਦੇ ਅਨੁਸਾਰ BC ਵਿੱਚ ਹਰ ਸਾਲ ਔਸਤਨ 82 ਲੋਕ ਸਪੀਡ ਸੰਬੰਧਿਤ ਦੁਰਘਟਨਾਵਾਂ ਦੇ ਵਿੱਚ ਮਰਦੇ ਨੇ। ਇਸ ਤੋਂ ਇਲਾਵਾ ਔਸਤਨ ਵਾਹਨ ਦੀ ਗਤੀ ਦੇ ਵਿੱਚ ਸਿਰਫ 1 ਕਿਲੋਮੀਟਰ ਪ੍ਰਤੀ ਘੰਟੇ ਦੇ ਵਾਧੇ ਦੇ ਨਤੀਜੇ ਵਜੋਂ ਘਾਤਕ ਦੁਰਘਟਨਾਵਾਂ ਦੀਆਂ ਘਟਨਾਵਾਂ ਵਿੱਚ 4 ਤੋਂ 5% ਦਾ ਵਾਧਾ ਹੁੰਦਾ ਹੈ। ਇਹ ਸੁਝਾਅ ਦਿੰਦਾ ਹੈ ਕਿ ਸਪੀਡ ਸੀਮਾਵਾਂ ਵਿੱਚ ਕਮੀ ਹੋਰ ਮੌਤਾਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਲਓ ਜੀ, ਅੱਜ ਅਸੀਂ ਪਹੁੰਚੇ ਹਾਂ ਸਾਊਥ ਪੁਆਇੰਟ ਕਮਿਊਨਿਟੀ ਹਾਲ ਦੇ ਉੱਤੇ, ਜਿੱਥੇ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਵੱਲੋਂ ਅੱਜ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਹੜੇ ਇਹ ਅਕੈਡਮੀ ਹੈ ਜੀ, ਇਹ ਬੱਚਿਆਂ ਨੂੰ ਭੰਗੜਾ, ਗਿੱਧਾ ਇਹ ਸਿਖਾਉਂਦੇ ਨੇ ਔਰ ਬੱਚੇ ਬਿਜ਼ੀ ਰਹਿੰਦੇ ਨੇ। ਉਹਦੇ ਵਿੱਚ ਬਹੁਤ ਸਾਰੇ ਪੇਰੈਂਟਸ ਅੱਜ ਇੱਥੇ ਪਹੁੰਚੇ ਹੋਏ ਆ। ਹਾਲ ਖਚਾ ਖਚ ਭਰਿਆ ਹੋਇਆ, ਕਿਤੇ ਪਾਰਕਿੰਗ ਕਰਨ ਨੂੰ ਥਾਂ ਨਹੀਂ ਹੈ। ਪਰ ਇਸੇ ਮੌਕੇ ਦੇ ਉੱਤੇ ਸਰ ਅਮਰਜੀਤ ਸਿੰਘ ਸੋਹੀ ਹੋਰੀ ਜਿਹੜੇ ਸਾਡੇ ਸ਼ਹਿਰ ਦੇ ਮੇਅਰ ਨੇ, ਉਹ ਵੀ ਪਹੁੰਚੇ ਆ
ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋਈ ਸਾਹਿਬ ਜੀ ਆਇਆਂ ਨੂੰ ਜੀ। ਥੈਂਕ ਯੂ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੜਾ ਚੰਗਾ ਲੱਗ ਰਿਹਾ ਕਿ ਇੰਨੇ ਲੋਕੀ ਆ ਰਹੇ ਨੇ ਪ੍ਰੋਗਰਾਮ ਦੇਖਣ ਵਾਸਤੇ। 2-3 ਸਾਲ ਹੋਏ ਪ੍ਰੋਗਰਾਮ ਨਹੀਂ ਹੋਇਆ ਕੋਵਿਡ ਦਾ ਕਰਕੇ। ਹੁਣ ਲੋਕਾਂ ਨੂੰ ਚਾਅ ਆ, ਬੱਚਿਆਂ ਨੂੰ ਚਾਅ ਆ, ਸਾਰੀ ਕਮਿਊਨਿਟੀ ਨੂੰ ਚਾਅ ਆ ਕਿ ਇੱਦਾਂ ਦੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਹੋਰ ਪ੍ਰੋਗਰਾਮ ਇੱਦਾਂ ਦੇ ਹੋਣ। ਸੋ ਬੜਾ ਚੰਗਾ ਲੱਗ ਰਿਹਾ। ਇਹ ਸਾਰੀ ਰੌਣਕ ਮੇਲਾ ਦੇਖ ਕੇ ਇਦਾਂ ਵੀ ਲੱਗਦਾ ਜੀ ਵੀ ਆਪਣੇ ਭਾਈਚਾਰੇ ਦੇ ਵਿੱਚ ਵੀ ਇਦਾਂ ਦੀ ਕੋਈ ਫੈਸਿਲਿਟੀ ਬਣਨੀ ਚਾਹੀਦੀ ਆ। ਦੇਖੋ ਜੀ, ਜ਼ਰੂਰ ਬਣਨੀ ਚਾਹੀਦੀ ਹੈ ਇੱਦਾਂ ਕਿ ਕਾਫੀ ਹੁਣ ਡਿਮਾਂਡ ਵੱਧਦੀ ਜਾ ਰਹੀ ਹੈ ਕਿਉਂਕਿ ਸਾਊਥ ਸਾਈਡ ਦੇ ਵਿੱਚ ਜਾਂ ਨਾਰਥ ਸਾਈਡ ਦੇ ਵਿੱਚ ਆਪਾਂ ਦੇਖੀਏ ਤਾਂ ਇਹ ਫੈਸਿਲਿਟੀ ਹੈਗੀ ਸਾਊਥ ਸਾਈਡ ਦੇ ਵਿੱਚ, ਅਤੇ ਨਾਰਥ ਸਾਈਡ ਦੇ ਵਿੱਚ ਵੀ ਨਹੀਂ ਹੈ ਕੁਝ। ਜੁਬਲੀ ਆਡੀਟੋਰੀਅਮ ਹੈ ਜਾਂ ਵਿੰਸਪੀਅਰ ਸੈਂਟਰ ਹੈ ਜਾਂ ਹੋਰ ਫੈਸਿਲਿਟੀ ਨੇ, ਉਸ ਕੋਈ ਸੈਂਟਰ ਬਣ ਜਾਂਦੀਆਂ ਨੇ। ਹੈਗੀਆਂ ਹੋਰ ਫੈਸਿਲਿਟੀਆਂ ਵੀ, ਪਰ ਇਸ ਆਪਣੇ ਏਰੀਏ ਦੇ ਵਿੱਚ ਘੱਟ ਨੇ। ਸੋਈ ਸਾਹਿਬ, ਤੁਸੀਂ ਕੀ ਕਹਿੰਦੇ ਹੁੰਦੇ ਆਪਣੇ ਬਿਜ਼ੀ ਸਕੈਜੂਅਲ 'ਚੋਂ ਅੱਜ ਸਮਾਂ ਕੱਢ ਕੇ ਇੱਥੇ ਪਹੁੰਚੇ ਆ। ਸ਼ਹਿਰ ਦਾ ਹਾਲ ਚਾਲ ਦੱਸੋ ਮੈਨੂੰ। ਪਤਾ ਮੈਂ ਥੋੜ੍ਹੇ ਦਿਨਾਂ ਦੀਆਂ ਤੁਹਾਡੀਆਂ ਪੋਸਟ ਪੜ੍ਹ ਰਿਹਾ ਸੀਗਾ, ਜਿਹੜਾ ਚਾਈਨਾ ਟਾਊਨ ਦੇ ਵਿੱਚ ਘਟਨਾਵਾਂ ਵਾਪਰੀਆਂ ਉਹਦੇ 'ਤੇ ਉਹ ਜਿਹੜੀ ਸਿਚੁਏਸ਼ਨ ਬਣਾਈ ਆ RCMP ਵਾਲੀ, ਉਹ ਕਹਿੰਦੇ ਉਹਨਾਂ ਦੀ ਤੁਸੀਂ ਛਾਣਬੀਣ ਨਹੀਂ ਕਰ ਸਕਦੇ। ਉਹ ਇਸ ਤਰ੍ਹਾਂ ਹੈ ਕਿ ਜੋ ਘਟਨਾਵਾਂ ਉੱਥੇ ਚਾਈਨਾ ਟਾਊਨ ਦੇ ਵਿੱਚ ਹੋਈਆਂ, ਜਿਹਦੇ ਵਿੱਚ ਸਾਡੇ ਚਾਈਨੀਜ਼ ਕਮਿਊਨਿਟੀ ਦੇ ਵਿੱਚੋਂ 2 ਵਿਅਕਤੀਆਂ ਦਾ ਮਰਡਰ ਹੋ ਗਿਆ। ਜਿਹੜੇ ਵਿਅਕਤੀ ਨੇ ਉਹ ਕਤਲ ਕੀਤਾ ਹੈ ਉਹਨੂੰ ਕੁਝ ਦਿਨ ਪਹਿਲਾਂ ਹੀ ਰਿਮਾਂਡ ਸੈਂਟਰ ਦੇ ਵਿੱਚੋਂ ਰਿਲੀਜ਼ ਕੀਤਾ ਗਿਆ ਸੀਗਾ, ਅਤੇ ਉਹਦੇ ਵਿੱਚ ਕੰਡੀਸ਼ਨ ਸੀਗਾ ਕੋਈ ਐਡਮਿੰਟਨ ਦੇ ਵਿੱਚ ਨਹੀਂ ਆ ਸਕਦਾ। ਪਰ ਅਨਫੋਰਚੂਨੇਟਲੀ RCMP ਨੇ ਉਹਨੂੰ ਐਡਮਿੰਟਨ ਦੇ ਵਿੱਚ ਡ੍ਰੌਪ ਆਫ ਕਰ ਦਿੱਤਾ। ਕਿਸੇ ਨੂੰ ਨਿਗਰਾਨੀ ਵਾਸਤੇ ਉੱਥੇ ਨਹੀਂ ਲਾਇਆ, ਅਤੇ ਉਹਦਾ ਅੱਗੇ ਪੁਲਿਸ ਨੂੰ ਪਤਾ ਲੱਗਿਆ, ਅਤੇ ਪੁਲਿਸ ਨੇ ਵੀ ਉਹਦੇ ਵਿੱਚ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਉਹਦਾ ਨਤੀਜਾ ਇਹ ਹੋਇਆ ਕਿ ਸਾਡੇ 2 ਵਿਅਕਤੀ ਮਾਰੇ ਗਏ, ਜਿਨ੍ਹਾਂ ਦੀ ਉਹ ਜਾਨਾਂ ਬਚਾਈਆਂ ਜਾ ਸਕਦੀਆਂ ਸੀਗੀਆਂ। ਸੋ ਮੈਂ ਸਮਝਦਾ ਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਮੰਗ ਕਰ ਰਹੇ ਹਾਂ ਕਿ ਪ੍ਰੋਵਿੰਸ ਨੂੰ ਇੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਕਿ ਹੋਇਆ ਕਿਉਂ। ਜਦੋਂ ਉਸ ਵਿਅਕਤੀ, ਪਹਿਲੀ ਗੱਲ ਤਾਂ ਉਸ ਵਿਅਕਤੀ ਨੂੰ ਰਿਲੀਜ਼ ਨਹੀਂ ਸੀ ਕਰਨਾ ਚਾਹੀਦਾ ਜਦੋਂ ਉਹਦੇ ਕੋਲ ਕੋਈ ਰਹਿਣ ਵਾਸਤੇ ਥਾਂ ਨਹੀਂ ਹੈ, ਅਤੇ ਦੂਸਰਾ ਨੂੰ ਟਰੀਟਮੈਂਟ ਵਾਸਤੇ ਭੇਜਿਆ ਜਾਣਾ ਸੀਗਾ, ਅਤੇ ਜਿਹੜੀ ਫੈਸਿਲਿਟੀ ਦੇ ਵਿੱਚ ਟਰੀਟਮੈਂਟ ਵਾਸਤੇ ਭੇਜਿਆ ਜਾਣਾ ਸੀਗਾ ਉਹ ਫੈਸਿਲਿਟੀ ਦੇ ਵਿੱਚ ਕੋਈ ਥਾਂ ਨਹੀਂ ਹੈ ਉਹਦੇ ਵਾਸਤੇ। ਅਤੇ ਤੀਸਰੀ ਗੱਲ ਹੈ ਕਿ ਜਦੋਂ ਐਡਮਿੰਟਨ ਦੇ ਵਿੱਚ ਉਹ ਅਨਸੁਪਰਵਾਈਜ਼ ਨਹੀਂ ਹੋਣਾ ਚਾਹੀਦਾ ਸੀ, ਕਿ ਉਹਨੂੰ ਅਨਸੁਪਰਵਾਈਜ਼ ਛੱਡਿਆ ਗਿਆ। ਸੋ ਇਹਨਾਂ ਕੁਐਸਚਨ ਨੇ ਜਿਹੜੇ ਸਾਡੇ, ਇਹਨਾਂ ਸਾਨੂੰ ਜਵਾਬ ਚਾਹੀਦੇ ਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਲਬਰਟਾ ਗਵਰਨਮੈਂਟ ਇਸ ਗੱਲ ਦੀ ਇਨਕੁਆਇਰੀ ਕਰੇ ਤਾਂ ਕਿ ਫਿਊਚਰ ਦੇ ਵਿੱਚ ਇੱਦਾਂ ਦੀ ਮਿਸਟੇਕ ਨਾ ਹੋਵੇ। ਤੇ ਲਓ ਹੁਣ ਇੱਥੇ ਸਾਡੇ ਪਾਸ ਨੇ ਰੁਪੇਸ਼ ਕੁਮਾਰ ਹੁਰੀ, ਜਿਨ੍ਹਾਂ ਦੇ ਬੱਚੇ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਆ। ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਨੇ ਕਿਹੜੀ ਵਜ੍ਹਾ ਕਰਕੇ ਬੱਚਿਆਂ ਨੂੰ ਜਿਹੜੇ ਇਹ ਪ੍ਰੋਗਰਾਮ ਹੈਗਾ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਇਆ ਜਾਂਦਾ, ਕਿਉਂ ਉਹਦੇ ਵਿੱਚ ਦਾਖਲ ਕਰਵਾਏ ਨੇ, ਤੇ ਬੱਚੇ ਕੀ ਸਿੱਖਦੇ ਨੇ। ਹਾਂਜੀ ਬਿਲਕੁਲ ਜੀ, ਸਾਨੂੰ ਮਾਣ ਹੈ ਕਿ ਬੱਚੇ ਇੰਡੀਆ ਤੋਂ 8-9 ਸਾਲ ਹੋ ਗਏ ਨੇ ਇੱਥੇ ਆਇਆ, ਬਟ ਸਟਿਲ ਆਪਣੀ ਮਾਂ ਬੋਲੀ ਨਾਲ ਅਟੈਚ ਨੇ, ਅਤੇ ਉਹਨਾਂ ਨੂੰ ਲਗਨ ਹੈ ਕਿ ਅਸੀਂ ਆਪਣੇ ਕਲਚਰ ਨਾਲ ਅਟੈਚ ਰਹੀਏ ਅਤੇ ਪਰਫੋਰਮ ਕਰੀਏ, ਐਂਡ ਆਈ ਐਮ ਵੈਰੀ ਪ੍ਰਾਊਡ ਆਫ ਦੈਟ। ਅਤੇ ਤੁਹਾਨੂੰ ਲੱਗਦਾ ਵੀ ਬੱਚੇ ਇਸ ਪਾਸੇ ਨੂੰ ਰੁਝੇਵਾਂ ਆ ਅਤੇ ਉਹਨਾਂ ਦਾ ਚੰਗੀ ਗੱਲ ਆ, ਰੁੱਝੇ ਰਹਿੰਦੇ ਆ। ਬਿਲਕੁਲ ਬਿਲਕੁਲ ਜੀ, ਹਰ ਇੱਕ ਬੱਚੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਲਚਰ ਨੂੰ ਬਿਲਕੁਲ ਆਪਣੇ ਨਾਲ ਅਟੈਚ ਰੱਖਣ ਅਤੇ ਬਿਲਕੁਲ ਨਾ ਭੁੱਲਣ। ਲਓ ਵਰਿੰਦਰ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਜਨਾਬ। ਤੁਸੀਂ ਵੀ ਇੱਥੇ ਪਹੁੰਚੇ ਹੋ, ਤੁਹਾਡਾ ਜਿਹੜਾ ਹੈਗਾ ਬੈਲ ਵਾਲੇ ਸਪਾਂਸਰ ਨੇ ਇਸ ਪ੍ਰੋਗਰਾਮ ਦੇ, ਜਾਂ ਤੁਹਾਡੇ ਵੀ ਬੱਚੇ ਇਹਦੇ 'ਚ ਪਾਰਟੀਸਪੇਟ ਕਰ ਰਹੇ ਆ? ਬੱਚੇ ਪਾਰਟੀਸਪੇਟ ਕਰ ਰਹੇ ਜੀ। ਬੜੀ ਖੁਸ਼ੀ ਹੁੰਦੀ ਆ ਜਦੋਂ ਬੱਚੇ ਆਪ ਕਹਿੰਦੇ ਆ ਕਿ ਮੈਂ ਭੰਗੜਾ ਸਿੱਖਣਾ ਆ, ਬੇਟੀ ਕਹਿੰਦੀ ਆ ਮੈਂ ਗਿੱਧਾ ਸਿੱਖਣਾ ਆ। ਇਹਨਾਂ ਚੀਜ਼ਾਂ ਦਾ ਪਿੱਛੇ 2 ਸਾਲ ਬੜਾ ਮਿਸ ਕੀਤਾ ਬੱਚਿਆਂ ਨੇ, ਕਿਉਂਕਿ ਕੋਵਿਡ ਦਾ ਕਰਕੇ ਇਹ ਪ੍ਰੋਗਰਾਮ ਨਹੀਂ ਹੋ ਸਕੇ। ਇਸ ਕਰਕੇ ਤੁਸੀਂ ਅੱਜ ਦੇਖਿਆ ਕਿ ਅੰਦਰ ਜਿੰਨਾ ਹਾਲ ਭਰਿਆ ਆ, ਉਹ ਇਸ ਗੱਲ ਦਾ ਸਬੂਤ ਆ ਕਿ ਆਪਣੇ ਜਿਹੜੇ ਪੇਰੈਂਟਸ ਆ, ਪੰਜਾਬੀ ਪੇਰੈਂਟਸ, ਉਹ ਚਾਹੁੰਦੇ ਆ ਕਿ ਬੱਚਿਆਂ ਨੂੰ ਇੱਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਵੱਧ ਤੋਂ ਵੱਧ ਪਾਰਟੀਸਪੇਟ ਕਰਵਾਇਆ ਜਾਵੇ, ਅਤੇ ਬੱਚੇ ਸਾਡਾ ਜਿਹੜਾ ਪੰਜਾਬੀ ਕਲਚਰ ਆ ਉਹਦੇ ਨਾਲ ਜੁੜੇ ਰਹਿਣ। ਅਤੇ ਲਓ ਇਸ ਵੇਲੇ ਸਾਡੇ ਨਾਲ ਕੁਝ ਵਲੰਟੀਅਰਸ ਹਾਜ਼ਰ ਨੇ ਜਿਹੜੇ ਅੰਦਰ ਬੱਚਿਆਂ ਦੀ ਪੂਰੀ ਤਿਆਰੀ ਕਰਵਾ ਰਹੇ ਨੇ, ਚੁੰਨੀਆਂ ਵਗੈਰਾ ਜਾਂ ਪਗੜੀਆਂ ਬੰਨ੍ਹਦੇ ਨੇ ਬੱਚਿਆਂ ਦੇ। ਉਹਨਾਂ ਲਈ ਲਓ ਗੱਲਬਾਤ ਕਰਦੇ ਹਾਂ ਭੁਪਿੰਦਰ ਹੋਰਾਂ ਦੇ ਨਾਲ। ਭੁਪਿੰਦਰ ਜੀ, ਅੱਜ ਦਾ ਜਿਹੜਾ ਫੰਕਸ਼ਨ ਹੋ ਰਿਹਾ ਅੰਦਰ, ਇੱਥੇ ਤੇ ਥਾਂ ਹੀ ਹੈ ਨਹੀਂਗਾ, ਇੰਨਾ ਬਿਜ਼ੀ ਲੱਗਦਾ। ਪਹਿਲਾਂ ਦੇਖਿਆ ਕਦੇ ਇੱਦਾਂ? ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੂੰਗੀ ਕਿ ਸਾਰਿਆਂ ਦਾ ਬਹੁਤ ਜ਼ਿਆਦਾ ਸਵਾਗਤ ਹੈ ਰੌਣਕਾਂ ਪੰਜਾਬ ਦੀਆਂ 2022 ਦੇ ਵਿੱਚ। ਜਿੱਦਾਂ ਕਿ ਤੁਸੀਂ ਕਿਹਾ ਕਿ ਇੱਥੇ ਜਗ੍ਹਾ ਨਹੀਂ ਹੈਗੀ, ਯੂ ਕੈਨ ਸੀ ਅਰਾਊਂਡ ਇਨ ਅ ਪਾਰਕਿੰਗ ਲੋਟ, ਲਾਈਕ ਦੇਰ ਇਜ਼ ਨੋ ਸਪੇਸ ਫॉर ਪਾਰਕਿੰਗ ਆਊਟ ਦ ਕਾਰਸ, ਐਂਡ ਇਟਸ ਲਾਈਕ ਅ ਪ੍ਰਾਊਡ ਮੋਮੈਂਟ ਫॉर ਆਲ ਦ ਪੰਜਾਬੀਜ਼, ਯੂ ਨੋ। ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਇੱਥੇ
ਸਾਰੇ ਜਾਣੇ ਇਕੱਠੇ ਹੋਏ ਆ ਰਾਈਟ ਆਪਣੀ ਪੰਜਾਬੀਅਤ ਦਿਖਾਉਣ ਵਾਸਤੇ ਆਪਣਾ ਕਲਚਰਲ ਸੈਲੀਬ੍ਰੇਟ ਕਰਨ ਵਾਸਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੀ ਹੈਵ ਸੋ ਮੈਨੀ ਪਰਫਾਰਮੈਂਸਿਸ ਐਂਡ ਯਾ ਐਟ ਦੀ ਐਂਡ ਆਈ ਵਿਲ ਸੇ ਇਟਸ ਅ ਪ੍ਰਾਊਡ ਮੋਮੈਂਟ ਫॉर ਆਲ ਦ ਪੰਜਾਬੀਜ਼ ਓਵਰ ਹੇਅਰ ਇਹ ਜਦੋਂ ਮੇਨ ਗੱਲ ਇਹਦੀ ਕੀ ਹੈ ਸਿਰਫ ਇੱਕ ਭੰਗੜਾ ਗਿੱਧਾ ਹੀ ਸਿਖਾਲਣਾ ਆ ਜਾਂ ਉਹ ਬੱਚੇ ਇਹ ਜਿਹੜੀ ਕੋਆਪਰੇਸ਼ਨ ਵਾਲੀ ਗੱਲਬਾਤ ਆ ਇੱਕ ਦੂਸਰੇ ਨੂੰ ਜਾਣਦੇ ਨੇ ਜਾਂ ਉਹ ਦੂਸਰੇ ਹੋਰ ਕੰਮਾਂ ਤੋਂ ਉਹਨਾਂ ਦਾ ਬਚਾਅ ਰਹਿੰਦਾ ਕੀ ਮੇਨ ਮਕਸਦ ਕੀ ਆ ਵਾਟਸ ਦਾ ਮੇਨ ਪਰਪਸ ਐਜ਼ ਪਰ ਮਾਈ ਅੰਡਰਸਟੈਂਡਿੰਗ ਬੱਚੇ ਪੰਜਾਬ ਤੋਂ ਦੂਰ ਨੇ ਆਈ ਥਿੰਕ ਇਹੋ ਜਿਹੇ ਇਵੈਂਟਸ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੇ ਉਹਨਾਂ ਨੂੰ ਹੈਲਪ ਆਊਟ ਕਰ ਸਕਦੇ ਨੇ ਆਪਣੇ ਕਲਚਰ ਬਾਰੇ ਜਾਣਨ ਵਾਸਤੇ ਅਪਾਰਟ ਫਰੋਮ ਦਿਸ ਐਵਰੀਬਡੀ ਇਜ਼ ਸੋ ਬਿਜ਼ੀ ਇਨ ਦੇਅਰ all works and everything and it's getting stressful but I think Bhangra is like the best thing which can help us and act as a stress buster ਤੇ ਮੈਨੂੰ ਲੱਗਦਾ ਹੈ ਕਿ ਅੱਜ ਸਿਰਫ ਇਹਨਾਂ ਦਾ ਮਕਸਦ ਸਿਰਫ ਇੱਕ ਭੰਗੜਾ ਗਿੱਧਾ ਕਰਨਾ ਹੀ ਨਹੀਂ ਹੈ ਐਜ਼ ਅ ਹੌਬੀ ਬਟ ਇਹ ਵੀ ਹੈ ਕਿ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਚੱਲੇ ਕਿ ਸਾਡੇ ਕਿਵੇਂ ਪਿੱਛੋਂ ਦੀ ਅਸੀਂ ਕਿਸ ਚੀਜ਼ਾਂ ਦੇ ਨਾਲ ਜੁੜੇ ਹੋਏ ਹਾਂ ਜਿਵੇਂ ਅੱਜ ਸੱਗੀ ਫੁੱਲ ਨੇ ਕੈਂਟਾ ਨੇ ਰਾਈਟ ਇੱਥੋਂ ਦੇ ਬੱਚਿਆਂ ਨੂੰ ਵੀ ਪਤਾ ਹੈ ਸੋ ਆਈ ਵਿਲ ਸੇ ਕਿ ਬਹੁਤ ਸਾਰੇ ਮਕਸਦ ਨੇ ਅੱਜ ਦੇ ਈਵੈਂਟ ਦੇ ਇਟਸ ਨਾਟ ਓਨਲੀ ਅਬਾਊਟ ਭੰਗੜਾ ਐਂਡ ਗਿੱਧਾ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।